Hello everyone, welcome back to my channel. And today I have organized this cue card class because some students face difficulties in this cue card, that is describe a place in a village that you visited. So I decided to make you know about this cue card by line to line and also make you understand the meaning of a particular word. So ਇਸ cue card ਦੇ ਵਿੱਚ ਆਪਾਂ ਇਸ full class ਦੇ ਵਿੱਚ line to line cue card ਕਰਾਂਗੇ, plus ਉਸ ਦੇ ਆਪਾਂ ਅੱਗੇ ਜਾ ਕੇ follow up questions ਨੂੰ ਵੀ ਡਿਸਕਸ ਕਰਾਂਗੇ ਕਿ ਕਿਸ ਟਾਈਪ ਦੇ ਕੁਐਸਚਨਸ ਤੁਸੀਂ ਬੋਲ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਟਰੋਡਕਸ਼ਨ, ਕਿਊ ਕਾਰਡ ਦੇ ਇੰਟਰੋਡਕਸ਼ਨ ਤੋਂ। ਜਿਹੜਾ ਕਿਊ ਕਾਰਡ ਦਾ ਇੰਟਰੋਡਕਸ਼ਨ ਹੁੰਦਾ ਬੇਸਿਕਲੀ ਇਹ ਤੁਹਾਨੂੰ ਕੌਨਫੀਡੈਂਸ ਦਿੰਦਾ ਹੈ ਕਿਊ ਕਾਰਡ ਦੇ ਸਟਾਰਟਿੰਗ ਦੇ ਵਿੱਚ, ਤਾਂ ਕਿ ਇਸ ਨੂੰ ਤੁਸੀਂ ਹੋਰ ਈਜ਼ੀਲੀ ਅੱਗੇ ਜਾ ਕੇ ਇਲੈਬੋਰੇਟ ਕਰ ਸਕੋ। ਐਂਡ ਇਟ ਅ ਕਾਈਂਡ ਆਫ ਲਾਈਕ ਯੂ ਕੁਡ ਸੇ ਮੂਨਸ, ਜਿੱਦਾਂ ਵੀ ਇੱਕ ਤੁਹਾਡੇ ਕਿਊ ਕਾਰਡ ਨੂੰ ਬਹੁਤ ਵਧੀਆ ਨਿਖਾਰ ਦਿੰਦਾ ਹੈ, ਜਿਹਦੇ ਨਾਲ ਕਿ ਤੁਹਾਨੂੰ ਅੱਛੇ ਬੈਂਡ ਸਕੋਰਸ ਮਿਲ ਸਕਦੇ ਆ। ਸੋ ਇਹਨੂੰ ਸਟਾਰਟ ਕਰਦੇ ਹਾਂ। ਬੀਇੰਗ ਐਨ steppe explorer. What does it mean? It means that those who have desire to explore something, those who have quest to explore something. So ਜੇ ਕਿਊ ਕਾਰਡ ਦੇ ਵਿੱਚ ਆਪਾਂ ਵੀ ਇਹ ਕਹਿ ਰਹੇ ਹਾਂ ਕਿ ਮੈਨੂੰ ਬਹੁਤ ਜ਼ਿਆਦਾ ਡਿਜ਼ਾਇਰ ਹੈਗੀ ਹੈ ਕਿਸੇ ਵੀ ਚੀਜ਼ ਦੇ ਲਈ, ਉਹਨੂੰ ਐਕਸਪਲੋਰ ਕਰਨ ਲਈ। ਐਂਡ I quite often, just wait a minute, yes, and I quite often visit the hinterlands. Hinterlands ਹੁੰਦੇ ਆ ਵਿਲੇਜ, ਰਿਮੋਟ ਏਰੀਆਜ਼, ਕਿ ਮੈਂ ਉੱਥੇ ਅਕਸਰ ਘੁੰਮਣ ਜਾਣਾ ਜਾਂ ਉੱਥੇ ਘੁੰਮਣ ਜਾਨੀ ਆ। ਸੋ ਡਿਊਰਿੰਗ ਮਾਈ excursion, during my new excursion to the open country. ਓਪਨ ਕੰਟਰੀ ਤੋਂ ਇੱਥੇ ਸੈਂਸ ਲਿਆ ਗਿਆ ਵਿਲੇਜ ਤੋਂ, ਕਿ ਉੱਥੇ ਜਦੋਂ ਮੈਂ ਮੇਰੀ ਜਿਹੜੀ ਨਵੀਂ ਜਰਨੀ ਸੀ ਮੈਂ ਨਵਾਂ ਉੱਥੇ ਜਦੋਂ ਘੁੰਮਣ ਗਈ ਸੀ ਓਪਨ ਕੰਟਰੀ ਦੇ ਵਿੱਚ, I got an opportunity to see a novel ਸਪੋਟ। ਨੋਵਲ ਸਪੋਟ ਦਾ ਮੀਨਸ ਹੁੰਦਾ ਇੱਕ ਯੂਨੀਕ ਪਲੇਸ, ਕਿ ਮੈਨੂੰ ਓਪਰਚੁਨਿਟੀ ਮਿਲੀ ਕਿ ਮੈਂ ਉੱਥੇ ਇੱਕ ਬੜਾ ਹੀ ਨੋਵਲ ਅਤੇ ਇੱਕ ਬੜਾ ਹੀ ਯੂਨੀਕ ਪਲੇਸ ਦੇਖ ਸਕਾਂ। ਦਿਸ ਇਜ਼ ਕਾਲਡ ਐਨ ਇੰਟਰੋਡਕਸ਼ਨ, ਜਿਹੜੀ ਤੁਸੀਂ ਹਰ ਇੱਕ ਕਿਊ ਕਾਰਡ ਦੇ ਵਿੱਚ ਬੋਲਣੀ ਆ। ਸੋ ਹੁਣ ਇਸ ਨੂੰ ਅੱਗੇ ਕਿਊ ਕਾਰਡ ਸਟਾਰਟ ਕਰਦੇ ਹਾਂ। ਐਂਡ ਯੂ ਕੁਡ ਸੇ ਹੇਅਰ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਦੈਟ ਪਲੇਸ। ਮੈਂ ਹੁਣ ਇੱਥੇ ਉਸ ਪਲੇਸ ਦੇ ਬਾਰੇ ਬੋਲਣ ਜਾ ਰਹੀ ਹਾਂ। ਦ ਸਪੋਟ ਲਿਖ ਸਕਦੇ ਹੋ। ਈਵਨ ਦੈਟ ਤੁਸੀਂ ਇਹਦੇ ਵਿੱਚ ਰਿਪੀਟੀਸ਼ਨ ਨਹੀਂ ਕਰਨੀ, ਜਿੱਦਾਂ ਆਪਾਂ ਰਾਈਟਿੰਗ ਦੇ ਵਿੱਚ ਰਿਪੀਟੀਸ਼ਨ ਨਹੀਂ ਕਰਦੇ ਉੱਦਾਂ ਆਪਾਂ ਕਿਊ ਕਾਰਡ ਦੇ ਵਿੱਚ ਰਿਪੀਟੀਸ਼ਨ ਵੀ ਨਹੀਂ ਕਰਨੀ। ਸੋ ਇਸ ਲਈ ਆਪਾਂ ਕੀ ਕਰ ਰਹੇ ਹਾਂ, ਡਿਫਰੈਂਟ ਵਰਡਸ ਨੂੰ ਯੂਜ਼ ਕਰ ਰਹੇ ਹਾਂ। ਦ ਸਪੋਟ ਇਜ਼ ਇਨ ਦ ਹੈਮਲੇਟ ਏਰੀਆ ਆਫ ਪੰਜਾਬ। ਜੇ ਤੁਸੀਂ ਮੇਰੀ ਲਾਸਟ ਵਾਲੀ ਵੀਡੀਓਜ਼ ਦੇਖੀ ਹੋਣੀ ਹੈ ਤਾਂ ਉਹਦੇ ਵਿੱਚ ਮੈਂ ਹੈਮਲੇਟ ਨੂੰ ਇੱਕ ਲਾਈਕ ਵਿਲੇਜ ਦੇ ਤੌਰ 'ਤੇ ਉਸਨੂੰ ਦੱਸਿਆ ਸੀ ਕਿ ਹੈਮਲੇਟ ਦਾ ਮਤਲਬ ਹੁੰਦਾ ਵਿਲੇਜ। ਸੋ ਤੁਸੀਂ ਮੇਰੀ ਜਿੰਨੀਆਂ ਵੀ ਵੀਡੀਓਜ਼ ਦੇਖਦੇ ਹੋ ਨਾ, ਸਭ ਵਿੱਚ ਇੱਕ ਐਡਵਾਂਸ ਵੋਕੈਬਲਰੀ ਨੂੰ ਯੂਜ਼ ਕੀਤਾ ਗਿਆ। ਇਟ ਵਿਲ ਹੈਲਪ ਯੂ ਟੂ ਗੈਟ ਬੈਟਰ ਬੈਂਡ ਸਕੋਰਸ। ਸੋ ਦ ਸਪੋਟ ਇਜ਼ ਇਨ ਦ ਹੈਮਲੇਟ, ਵਿਲੇਜਸ ਏਰੀਆ ਜਿਹੜੇ ਸੀਗੇ ਪੰਜਾਬ ਦੇ। ਟੈਰੀਟਰੀ ਆਫ ਇੰਡੀਆ। ਇਹ ਵਿਲੇਜ ਜਿਹੜਾ ਸੀਗਾ ਜਾਂ ਇਹ ਜਿਹੜਾ ਸਪੋਟ ਸੀਗਾ, ਵਿਲੇਜ ਏਰੀਆ ਜਿਹੜਾ ਸੀਗਾ ਪੰਜਾਬ ਦਾ, ਇੰਡੀਆ ਦੀ ਟੈਰੀਟਰੀ ਹੈ ਪੰਜਾਬ ਜਾਂ ਤਾਂ ਸਟੇਟ ਹੈ ਉਹਦੇ ਵਿੱਚ ਸੀਗਾ। ਸੋ ਦਿਸ ਪਲੇਸ is of recorded significance. This place is of recorded significance. Recorded significance ਦਾ ਮਤਲਬ ਕੀ ਹੈ ਕਿ ਬਹੁਤ ਜ਼ਿਆਦਾ ਇਹਦੀ ਇੰਪੋਰਟੈਂਸ ਹੈ ਇਸ ਪਲੇਸ ਦੀ। ਐਂਡ ਇਟਸ ਨੇਮ ਇਜ਼, ਇਹਦਾ ਨੇਮ ਤੁਸੀਂ ਜਿੱਦਾਂ ਵੀ ਕੋਈ ਵੀ ਤੁਹਾਡਾ ਜੋ ਵੀ ਤੁਹਾਡਾ ਆਪਦਾ ਵਿਲੇਜ ਦਾ ਨੇਮ ਦੱਸ ਦਿਓ ਜਾਂ ਕਿਸੇ ਨਾਲ ਵਾਲੇ ਵਿਲੇਜ ਦਾ ਵੀ ਨੇਮ ਦੱਸ ਦਿਓ। ਫੋਰ ਐਗਜ਼ਾਮਪਲ ਮੈਂ ਦੱਸ ਰਹੀ ਹਾਂ ਕੋਟਸ਼ਮੀਰ, ਮੈਨੂੰ ਆਹੀ ਯਾਦ ਸੀ, ਸੋ ਮੈਂ ਆਹੀ ਦੱਸ ਰਹੀ ਹਾਂ ਕੋਟਸ਼ਮੀਰ। ਸੋ I visited this place, ਮੈਂ ਇਸ ਪਲੇਸ ਨੂੰ ਵਿਜ਼ਿਟ ਕੀਤਾ ਲਾਸਟ ਮੰਥ। ਤੁਸੀਂ ਟਾਈਮ ਦੱਸਣਾ, ਉਹਨਾਂ ਨੇ ਪੁੱਛਿਆ ਤੁਹਾਨੂੰ ਹਰ ਇੱਕ ਜਿਹੜਾ ਕਿਊ ਕੁਐਸਚਨ ਪੁੱਛਿਆ ਉਸ ਦੇ ਅਕੋਰਡਿੰਗ ਤੁਸੀਂ ਉਹਦੇ ਵਿੱਚ ਆਨਸਰ ਕਰਨਾ ਹੈ। I visited this place last month to
see the colossal excellence of the countryside ਕਿ ਕੰਟਰੀ ਨੂੰ ਬੜੇ ਹੀ ਕਲੋਜ਼ਲੀ ਮੈਂ ਉਸਨੂੰ ਦੇਖਿਆ ਜਾਂ ਬੜੀ ਹੀ ਉਸਨੂੰ ਡੀਪਲੀ ਦੇਖਣ ਦੇ ਲਈ ਉਸਨੂੰ ਇੰਜੋਏ ਕਰਨ ਦੇ ਲਈ ਮੈਂ ਉੱਥੇ ਲਾਸਟ ਮੰਥ ਉੱਥੇ ਵਿਜ਼ਿਟ ਕੀਤਾ ਸੀ ਯੂ ਕੁਡ ਸੀ ਹੀਅਰ the words I am using in the cue card, the way of writing, it's really up to the mark. So ਤੁਸੀਂ ਵੀ ਇਸ ਤਰ੍ਹਾਂ ਹੀ closer excellence of the countryside, so ਇੰਨੇ ਵਧੀਆ ਜੇ word use ਕਰੋਗੇ then definitely examiner ਤੁਹਾਨੂੰ good marks ਕਰ ਦੇਊਗਾ. I saw the remnants of an antiquated civilization. Yes, I saw the remnants of an antiquated civilization ਕਿ ਮੈਂ ਉੱਥੇ ਕੀ ਕੀਤਾ ਕਿ ਜਿਹੜੀ ਐਂਟੀਕ ਉੱਥੋਂ ਦੀ ਸਿਵਲਾਈਜੇਸ਼ਨ ਸੀ ਜੋ ਉੱਥੋਂ ਦਾ ਪਾਸਟ ਸੀ ਉੱਥੋਂ ਦੀ ਹਿਸਟਰੀ ਹੈ ਉਸ ਨੂੰ ਮੈਂ ਬੜੀ ਹੀ ਚੰਗੀ ਤਰ੍ਹਾਂ ਦੇ ਨਾਲ ਉਸ ਨੂੰ ਦੇਖਿਆ. Additionally I had a nearby look ਮਤਲਬ ਕਿ ਮੈਂ ਬੜੇ ਹੀ ਕਲੋਜ਼ਲੀ ਉਸ ਨੂੰ ਦੇਖਿਆ at the coins ਕਿਹਨਾਂ ਨੂੰ ਦੇਖਿਆ coins and ਮਾਰਕਸ ਕੋਇਨਸ ਜਿਹੜੇ ਉੱਥੋਂ ਦੇ ਉਸ ਵਿਲੇਜ ਦੇ ਕੋਇਨ ਸੀ ਅਤੇ ਉੱਥੇ ਉਹਨਾਂ ਦੇ ਜਿਹੜੇ ਮਾਰਕ ਲੱਗੇ ਸੀ ਆਫ ਦੈਟ ਪੀਰੀਅਡ ਉਸ ਟਾਈਮ ਦੇ ਜਿੱਦਾਂ ਆਪਾਂ ਕਹਿ ਦਿੰਦੇ ਕਿ ਕਈ ਵਾਰੀ ਆਪਾਂ ਪੰਜਾਬੀ ਕਲਚਰ ਦੇ ਵਿੱਚ ਦੇਖੀਏ ਤਾਂ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਦੇ ਕੋਇਨਸ ਦੇ ਉੱਪਰ ਇੱਕ ਮਤਲਬ ਜਿੱਦਾਂ ਇੱਕ ਫਾਰਮਰ ਜਿਹੜਾ ਖੇਤੀ ਕਰ ਰਿਹਾ ਉਸ ਟਾਈਪ ਦੇ ਜਿਹੜੇ ਸਾਈਨ ਸੀ ਉਹ ਬਣੇ ਹੋਏ ਹੁੰਦੇ ਆ. ਸੋ ਇਸ ਟਾਈਪ ਨੇ ਇੱਥੇ ਮੈਂ ਲਿਖਿਆ ਕਿ ਆਈ ਹੈਡ ਅ ਨੀਅਰ ਬਾਈ ਲੁੱਕ ਮੈਂ ਬੜਾ ਹੀ ਕਲੋਜ਼ਲੀ ਉੱਥੇ ਲੁੱਕ ਕੀਤਾ ਉੱਥੋਂ ਦੇ ਕੋਇਨਸ ਨੂੰ ਅਤੇ ਉਹ ਜਿਹੜੇ ਮਾਰਕਸ ਸੀ ਆਫ ਦੈਟ ਪੀਰੀਅਡ. ਨੈਕਸਟ ਅਸਾਈਡ ਫਰੋਮ ਦੈਟ ਇਸ ਤੋਂ ਇਲਾਵਾ ਮੈਂ ਹੋਰ ਉੱਥੇ ਕੀ ਦੇਖਿਆ ਤਾਂ ਆਪਾਂ ਸਿਵਲਾਈਜੇਸ਼ਨ ਦੀ ਗੱਲ ਕੀਤੀ ਹੈ. ਆਈ ਵਿਜ਼ਿਟਿਡ ਅ ਗੈਲਰੀ ਮੈਂ ਇੱਕ ਗੈਲਰੀ ਨੂੰ ਵਿਜ਼ਿਟ ਕੀਤਾ ਟੂ ਗੋ ਟੂ ਦਾ ਲਾਈਟ ਐਂਡ ਸਾਊਂਡ ਸ਼ੋ ਜਿੱਦਾਂ ਆਪਾਂ ਅੰਮ੍ਰਿਤਸਰ ਦੇ ਵਿੱਚ ਵੀ ਦੇਖਦੇ ਹਾਂ ਸ਼ੋ ਟੂ secure more information on that sport. It means that ਕਿ ਮੈਂ ਉੱਥੋਂ ਦੇ ਸਪੋਰਟ ਦੀ ਹੋਰ ਵੀ ਜ਼ਿਆਦਾ ਮੈਂ ਇੱਕ ਗੈਲਰੀ ਦੇ ਵਿੱਚ ਵਿਜ਼ਿਟ ਕੀਤਾ ਜਿੱਥੇ ਕਿ ਮੈਂ ਹੋਰ ਵੀ ਜ਼ਿਆਦਾ ਇਨਫੋਰਮੇਸ਼ਨ ਨੂੰ ਗੈਦਰ ਕੀਤਾ. ਸੋ ਇੰਨਾ ਆਪਾਂ ਇਸ ਨੂੰ ਲਿਖਿਆ. ਸੋ ਇਸ ਨੂੰ ਅੱਗੇ ਆਪਾਂ ਹੋਰ ਲਿਖਦੇ ਹਾਂ in the wake of meandering around. Yes, this would be the better line. In the wake of meandering around there for a couple of hours ਮਤਲਬ couple of hours like 2 ਘੰਟੇ ਤੱਕ ਜਾਂ 2-3 ਘੰਟੇ ਤੱਕ ਮੈਂ ਉੱਥੇ ਜਦੋਂ ਘੁੰਮਦਾ ਫਿਰਦਾ ਰਿਹਾ ਮੈਂ ਉੱਥੇ ਸਭ ਕੁਝ ਦੇਖਿਆ. ਸੋ ਦੈਨ ਵਾਟ ਉਸ ਤੋਂ ਬਾਅਦ ਕੀ ਹੋਇਆ ਜਾਂ ਮੈਂ ਉਸ ਤੋਂ ਬਾਅਦ ਜਦੋਂ ਵੀ ਮੈਂ ਆਪਦੀ ਜਿਹੜੀ ਕਹਿਣ ਦਾ ਮਤਲਬ ਹੈ ਕਿ ਜਿੰਨਾ ਜ਼ਿਆਦਾ ਐਕਸਪਲੋਰ ਕੀਤਾ ਉੱਥੇ I explored things while I explored things I began feeling hungry ਤਾਂ ਮੈਨੂੰ ਕੀ ਲੱਗਿਆ ਕਿ ਮੈਂ ਬਹੁਤ ਜ਼ਿਆਦਾ ਭੁੱਖਾ ਹਾਂ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗ ਗਈ ਸੀਗੀ to spoil or to like complete my hunger you could say ਜਾਂ I satisfy ਇੱਦਾਂ ਵੀ ਲਿਖ ਸਕਦੇ ਹੋ to satisfy my hunger ਮੈਂ ਆਪਦੀ ਹੰਗਰ ਨੂੰ ਸੈਟਿਸਫਾਈ ਕਰਨ ਦੇ ਲਈ I ate at a neighborhood dinner in the village. So I ate at neighborhood dinner. You could say dinner ਤੋਂ ਬਾਅਦ ਤੁਸੀਂ ਇੱਧਰ ਲੈ ਸਕਦੇ ਹੋ dinner restaurant ਜਾਂ so dinner restaurant ਤੇ ਮੈਂ ਗਿਆ right I ate at ਮੈਂ ਉੱਥੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਮੈਂ ਆਪਦੀ ਭੁੱਖ ਨੂੰ ਸ਼ਾਂਤ ਕਰਨ ਲਈ ਮੈਂ ਡਿਨਰ ਉੱਥੇ ਕੀਤਾ. ਲੰਚ ਹੈ ਤਾਂ ਲੰਚ ਬੋਲ ਸਕਦੇ ਹੋ ਤੁਸੀਂ ਜੋ ਵੀ ਤੁਹਾਡੀ ਕਨਵੀਨੀਅੰਸ ਦੇ ਅਕੋਰਡਿੰਗ ਤੁਸੀਂ ਉੱਥੇ ਵਰਡ ਯੂਜ਼ ਕਰ ਸਕਦੇ ਹੋ. ਸੋ ਉਸ ਤੋਂ ਬਾਅਦ ਕੀ ਹੋਇਆ ਦ ਵੈਜੀਟੇਬਲਸ ਨਾਓ ਆਈ ਹੈਵ ਮਤਲਬ ਇਸ ਕਿਊ ਕਾਰਡ ਦੇ ਵਿੱਚ ਇੱਕ ਚੀਜ਼ ਤੁਸੀਂ ਪ੍ਰੀਸਾਈਜ਼ਲੀ ਡਿਸਕ੍ਰਾਈਬ ਕਰ ਦੇਣੀ ਤਾਂ ਕਿ ਐਗਜ਼ਾਮੀਨਰ ਨੂੰ ਬਹੁਤ ਵਧੀਆ ਲੱਗੇ ਸੁਣ ਕੇ. ਸੋ ਪਹਿਲਾਂ ਆਪਾਂ ਇਹਨਾਂ ਦੇ ਸਿਵਲਾਈਜੇਸ਼ਨ ਦੇ ਬਾਰੇ ਗੱਲ ਕੀਤੀ ਕੋਇਨ ਮਾਰਕਸ ਦੇ ਬਾਰੇ ਗੱਲ ਕੀਤੀ ਗੈਲਰੀ ਦੇ ਬਾਰੇ ਗੱਲ ਕੀਤੀ ਤੇ ਹੁਣ ਆਪਾਂ ਗੱਲ ਕਰਾਂਗੇ ਉੱਥੋਂ ਦੇ ਖਾਣ ਪੀਣ ਦੇ ਬਾਰੇ 'ਚ. ਦ ਵੈਜੀਟੇਬਲਸ served were
ਨੈਚੁਰਲ ਜਿਹੜੀਆਂ ਮੈਨੂੰ ਉੱਥੇ ਵੈਜੀਟੇਬਲਸ ਸਰਵ ਕੀਤੀਆਂ ਗਈਆਂ ਸੀ ਉਹ ਬਹੁਤ ਜ਼ਿਆਦਾ ਨੈਚੁਰਲ ਸੀ ਐਂਡ ਆਈ ਟੇਸਟਡ ਮੈਂ ਉਹਨਾਂ ਨੂੰ ਟੇਸਟ ਕੀਤਾ ਟੇਸਟਡ ਦਾ ਮਾਊਥ ਵਾਟਰਿੰਗ delicacy of Punjab called mustard mash ਨਾਲ ਤਾਂ ਆਪਾਂ ਸਭ ਸਾਰੇ ਹੀ ਫੈਮਿਲੀਅਰ ਹੈਗੇ ਆ mustard mash with maize bread yes so ਇਸ ਲਾਈਨ ਨੂੰ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਮੈਂ ਲਿਖਿਆ the vegetables served were natural ਕਿ ਜਿਹੜੀ ਵੈਜੀਟੇਬਲ ਸੀ ਉੱਥੇ ਨੈਚੁਰਲੀ ਉੱਥੇ ਦਿੱਤੀਆਂ ਗਈਆਂ ਸੀ ਸਰਵ ਕੀਤੀਆਂ ਗਈਆਂ ਸੀ ਐਂਡ ਆਈ ਟੇਸਟਡ the mouth watering delicacy of ਪੰਜਾਬ ਮਤਲਬ ਇੱਕ ਮਾਊਥ ਵਾਟਰਿੰਗ ਬੜੀ ਹੀ ਜਿਹਦੇ ਵਿੱਚ ਮੂੰਹ 'ਚ ਪਾਣੀ ਆ ਜਾਂਦਾ ਜਿਹਨੂੰ ਸੋਚ ਕੇ ਇਹੋ ਜਿਹੀ ਇੱਕ ਡਿਲੀਸ਼ੀਅਸ ਪੰਜਾਬ ਦੀ ਇੱਕ ਡੈਲੀਸੀ ਮਤਲਬ ਡਿਲੀਸ਼ੀਅਸ ਡਿਸ਼ ਮੈਂ ਉੱਥੇ ਟੇਸਟ ਕੀਤੀ ਜਿਹਦਾ ਨਾਮ ਸੀ ਮਸਟਰਡ ਮੈਸ਼ ਐਂਡ ਮੇਜ਼ ਬ੍ਰੈਡ ਲਾਈਕ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸੋ ਦੈਟਸ ਇਜ਼ ਵੈਰੀ ਫੇਮਸ on this sorry on its yes on its highest point I'm just writing it by my own so on its highest point ਉਸ ਤੋਂ ਵੀ ਵੱਡੀ ਗੱਲ ਕੀ ਸੀਗੀ ਉੱਥੇ I had butter yes buttermilk like ਜਿਹਨੂੰ ਆਪਾਂ ਲੱਸੀ ਕਹਿ ਦਿੰਦੇ ਆ ਜਾਂ ਤੁਸੀਂ ਵੇ ਵੀ ਕਹਿ ਸਕਦੇ ਹੋ ਇਹਨੂੰ buttermilk in a king size ਜਾਂ ਫਿਰ jumbo ਵੀ ਕਹਿ ਸਕਦੇ ਹੋ king size ਜਾਂ ਫਿਰ jumbo glass I had buttermilk in a king size or a jumbo glass मतलब ਵੱਡੇ ਸਾਰੇ ਇਹਦੇ ਵਿੱਚ ਮੈਂ ਲੱਸੀ ਪੀਤੀ so in this contemporary age in this contemporary age contemporary world ਜਿਹੜਾ usually ਬੱਚੇ writing ਦੇ ਵਿੱਚ use ਕਰਦੇ ਆ so you could see here in this contemporary age savage rivalry it means that tough competition cutthroat competition ਤੁਸੀਂ ਕਹਿ ਸਕਦੇ ਹੋ has turned into a necessary piece of individuals ਲਾਈਵਸ ਸੋ ਉਹਨਾਂ ਨੇ ਕਿਹਾ ਹੈ ਕਿ ਅੱਜ ਕੱਲ੍ਹ ਜਿਹੜਾ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਹੈ ਉਹ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਪਾਰਟ ਬਣ ਚੁੱਕਿਆ ਹੈ ਬਿਕੋਜ਼ ਆਫ ਦਿਸ ਐਸੇ ਕਰਕੇ ਹੀ ਬਿਕੋਜ਼ ਆਫ ਦਿਸ ਐਸੇ ਕਰਕੇ ਹੀ ਇਹਦੇ ਕਰਕੇ ਲਾਈਕ ਆਪਾਂ ਕਿਵੇਂ ਲਿਖ ਸਕਦੇ ਹਾਂ ਕਿ ਇਸ ਕਰਕੇ ਹੀ ਮਤਲਬ ਉੱਥੇ ਲੋਕਾਂ ਨੇ ਆਹ ਚੀਜ਼ਾਂ ਨੂੰ ਸੰਭਾਲ ਰੱਖਿਆ ਸੋ ਇਸ ਤਰ੍ਹਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ ਬਿਕੋਜ਼ ਆਫ ਦਿਸ there are a couple of sport ਉੱਥੇ ਬਹੁਤ ਜ਼ਿਆਦਾ ਸਪੋਰਟਸ ਹੈਗੇ ਆ couple of sports just wait a minute there are a couple of sports that have keep this second form and third form kept up with their ਸੈਰੇਨਿਟੀ ਤਾਂ ਉਹਨਾਂ ਨੇ ਮਤਲਬ ਉਸ ਦੀ ਜਿਹੜੀ ਬਿਊਟੀ ਹੈਗੀ ਹੈ ਜਾਂ ਸਭ ਕੁਝ ਹੈ ਉਸ ਚੀਜ਼ ਨੂੰ ਉਹਨਾਂ ਨੇ ਸੰਭਾਲ ਰੱਖਿਆ ਜਸਟ ਬਿਕੋਜ਼ ਅੱਜ ਕੱਲ੍ਹ ਕੀ ਹੈ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਆਈ ਐਮ ਲੱਕੀ LUCKY I am lucky to invest my energy not money it's my energy in a space that gives a through various experience so wait a minute I am lucky to invest my energy in a space that gives a ਇੱਦਾਂ ਹੀ ਲਿਖ ਲਓ that gives variance ਔਰ gave ਜਾਂ gives ਦਿੰਦੀ ਹੈ ਜਾਂ ਦਿੱਤਾ ਸੀ ਜਾਂ ਦਿੱਤਾ ਹੈ ਜਿਵੇਂ ਵੀ ਹੈ ਤੁਸੀਂ ਉਸ ਨੂੰ ਦੇਖ ਲਓ ਕਿ various experience with everything ਹੁਣ ਆਪਾਂ ਲਾਸਟ ਕਰਾਂਗੇ ਇਹਦਾ with everything taken into account that is the village spot I visited and I could
और तुसीं ऐ भी कह सकते हो आई कुड की जगह आई वुड नैवर फॉरगेट दिस टाइम, मैं इस टाइम नू कदे भी फॉरगेट नहीं करूँगा। सो दैट्स द विलेज स्पॉट आई हैव विजिटेड देयर। सो ये कि एक विलेज नू नहीं डिस्क्राइब करना, उत्थों के स्पॉट नू डिस्क्राइब करना है कि मैं उत्थों की सिविलाइजेशन देखी, उन्होंने कोइंस देखे, उन्होंने मार्क्स देखे, प्लस फिर मैं उन्होंने जिहड़े फूड हैगी उसकी आप बहुत ज़्यादा उन्होंने कंसीडर किया कि किस टाइप ਨਾਲ ਵਧੀਆ ਵਧੀਆ ਫੂਡਸ ਹੁੰਦੇ ਆ। ਸੋ ਇਸ ਤਰ੍ਹਾਂ ਨਾਲ ਤੁਸੀਂ ਨਾ ਕਿਊ ਕਾਰਡ ਨੂੰ ਪ੍ਰੀਸਾਈਜ਼ਲੀ ਬੋਲਣਾ ਤਾਂ ਕਿ ਐਗਜ਼ਾਮੀਨਰ ਨੂੰ ਪੂਰਾ ਵਧੀਆ ਲੱਗੇ ਕਿ ਜੋ ਉਸਨੇ ਪੁੱਛਿਆ ਤੁਸੀਂ ਉਹੀ ਦੱਸ ਰਹੇ ਹੋ। ਹਰ ਇੱਕ ਚੀਜ਼ ਨੂੰ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਦੱਸਣਾ ਹੈ, ਡਿਫਰੈਂਟ ਇਹਨੂੰ ਤੁਸੀਂ ਬਣਾ ਕੇ ਦੱਸਣਾ ਕਿ ਮੈਂ ਆਹ ਪੁਆਇੰਟ ਬੋਲ ਰਹੀ ਹਾਂ। ਸੋ ਦੈਟਸ ਦਾ ਆਨਸਰ ਆਫ ਦੈਟ ਪੁਆਇੰਟ। ਸੋ ਹੁਣ ਆਪਾਂ ਕਰਾਂਗੇ ਕੁਐਸਚਨਸ ਜਿਹੜੇ ਹੈਗੇ ਉਹ ਮੈਂ ਪਹਿਲਾਂ ਹੀ ਪੇਸਟ ਕਰਕੇ ਰੱਖੇ ਆ ਸੋ ਦੈਟ ਵੀ ਵਿਲ ਨਾਟ ਵੇਸਟ ਮੋਰ ਟਾਈਮ ਹੀਅਰ। ਸੋ ਆਪਾਂ ਇਸ ਦੇ ਕੁਐਸਚਨਸ ਨੂੰ देखते हैं किस तरह करना है। फर्स्ट ऑफ ऑल यस लेट मी जस्ट सो फर्स्ट ऑफ ऑल इन्होंने क्या डू यंग पीपल इंजॉय लिविंग इन द कंट्री साइड कि जेडे यंग पीपल हैगे आ वो कंट्री साइड दे विच इंजॉय करते उत्थे रहना। तुसी कह सकते हो आई डोंट थिंक सो, आई डोंट थिंक सो, मैनू नहीं लगता। लेट मी जस्ट इंक्रीज द फॉन्ट ऑफ द यस नाउ इट्स गुड, wait a minute, I don't think so, again the font is I don't think so, मैनू ये नहीं लगता as there is a lack of नू तुसी डेथ ऑफ भी लिख सकते हो एज देयर इज़ अ लैक ऑफ या एज देयर इज़ अ डेथ ऑफ की हो रहा उत्थे डेथ ऑफ एमिनिटीज़, एज देयर इज़ अ डेथ ऑफ एमिनिटीज़ इन द ओपन कंट्री लाइक विलेजेस आप कह सकते हैं इन द ओपन कंट्री। हुण उन्होंने अपने तो यंगस्टर्स के सेंस यंग पीपल के सेंस दे विच क्वेश्चन पूछा सी। सो आप रिपीटिशन अवॉइड करते हुए उत्थे की ला देंगे अडोलसेंट्स, अडोलसेंट्स अबोर इट मच। अबोर का मतलब होंगे दे हेट इट, दे डिनाई इट टू गो देयर। सो दैट्स रियली अ गुड वोकैबुलरी, यू शुड अंडरलाइन दिस। द youngsters the youngsters of the contemporary era, the youngsters of the contemporary era, wait, contemporary, there's sometime a mistake, contemporary age flourish fundamentally on the web for divergence and study. So there are the some huge vocabulary and huge lines. The youngsters of the contemporary age flourish fundamentally on the web like इंटरनेट ਨੂੰ बड़ी ही तेजी नाल उसनू बड़ा पसंद कर रहे, बड़ी तेजी नाल उसनू यूज़ करना पसंद कर रहे हैं फॉर डाइवर्जन लाइक एंटरटेनमेंट दे लई ते स्टडी दे लई। सो दे observe it trying to invest, they observe it trying to invest energy in rustic reason. Wow, what a word, rustic reason in light of helpless organization network. yes so देखो ਇਹਦਾ आंसर कितना वधिया है कि इन्होंने किया है कि दे ऑब्जर्व वो ऑब्जर्व करते हैं इट ट्राइंग टू इन्वेस्ट एनर्जी कि ਉਹ ਕੀ ਕਰ ਰਹੇ ट्राई कर रहे हैं आपकी एनर्जी ਨੂੰ सिर्फ इन्वेस्ट ਕਰਨ ਦੀ ਕਿੱਥੇ इन रस्टिक रीजन, रस्टिक ਹੁੰਦਾ बैकवर्ड या रिमोट रीजन ਦੇ ਵਿੱਚ इन द लाइट ऑफ हैल्पलैस ऑर्गेनाइजेशन नैटवर्क ਜਿੱਥੇ ਕੀ ਹੈ ਜਿਹੜਾ ਨੈਟਵਰਕ ਹੈਗਾ ਉਹ ਬਿਲਕੁਲ ਹੈਲਪਲੈਸ ਹੈ, ਕੋਈ ਵਧੀਆ ਨੈਟਵਰਕ ਨਹੀਂ, ਉੱਥੇ ਉਹ ਆਪਦੀ એનર્ਜੀ ਨੂੰ ਵੇਸਟ ਕਰ ਰਹੇ ਹੈ। ਸੋ ਅਸਾਈਡਸ ਫਰੋਮ ਦਿਸ aside from this ਇਸ ਤੋਂ ਇਲਾਵਾ there lies turn
around, their lives turn around, lousy, loosey nourishment. Loosey nourishment ਹੁੰਦਾ ਫਾਸਟ ਫੂਡ, ਲੈਟ ਮੀ ਰਾਈਟ ਇਟ ਫॉर ਯੂ। ਇਹ ਹੁੰਦਾ ਫਾਸਟ ਫੂਡ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਹਮੇਸ਼ਾ ਕਿਹਦੇ ਅਰਾਊਂਡ ਚੱਲਦੀ ਹੈ, ਫਾਸਟ ਫੂਡ ਦੇ ਅਰਾਊਂਡ ਚੱਲਦੀ ਹੈ। ਸੋ ਦੇ ਫੀਲ ਐਗਜ਼ੌਸਟਿਡ, ਉਹ ਕੀ ਹੈ ਬਹੁਤ ਜ਼ਿਆਦਾ ਐਗਜ਼ੌਸਟਿਡ ਫੀਲ ਕਰਦੇ ਆ ਇਨ remote लिख लो या village area, in a village area since convenience, wait C-O-N, yes, C-O-N-E-N-I-E-N-C-E, yes, convenience. In the convenience food, since the convenience food is generally not accessible, कि ਉਹ ਕੀ ਹੈ generally ਉੱਥੇ ਨਹੀਂ ਹੁੰਦਾ in the open country। ਸੋ ਇਸ ਦੇਖੋ ਆਪਾਂ ਦੋਨੇ ਚੀਜ਼ਾਂ ਨੂੰ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਨੂੰ ਡਿਸਕ੍ਰਾਈਬ ਕਰਤਾ ਕਿ ਅਸਾਈਡ ਫਰੋਮ ਦਿਸ, ਇਸ ਤੋਂ ਇਲਾਵਾ देयर ਲਾਈਵਸ ਟਰਨ ਅਰਾਊਂਡ ਲੂਜ਼ੀ ਨਰਿਸ਼ਮੈਂਟ, ਕਿ ਉਹਨਾਂ ਦੀ ਲਾਈਫ ਜਿਹੜੀ ਹੈ ਉਹ ਕੀ ਹੈ ਫਾਸਟ ਫੂਡ ਦੇ ਅਰਾਊਂਡ ਹੀ ਘੁੰਮਦੀ ਹੈ। ਸੋ ਦੇ ਫੀਲ ਐਗਜ਼ੌਸਟਿਡ ਇਨ ਦਾ ਵਿਲੇਜ ਦੇ ਵਿੱਚ ਬਹੁਤ ਜ਼ਿਆਦਾ ਐਗਜ਼ੌਸਟਿਡ ਫੀਲ ਕਰਦੇ ਆ। ਸਿੰਸ ਕਨਵੀਨੀਅੰਸ ਫੂਡ ਲਾਈਕ ਫਾਸਟ ਫੂਡ ਇਜ਼ ਜਨਰਲੀ ਨਾਟ ਐਕਸੈਸਿਬਲ ਇਨ ਦਾ ਓਪਨ ਮਾਰਕੀਟ। ਸੋ ਐਕਸੈਸਿਬਲ ਆਪਾਂ ਕਹਿੰਦੇ ਹਾਂ ਦੇ ਕਾਂਟ ਗੈਟ ਇਨ ਦਾ ਓਪਨ ਮਾਰਕੀਟ। ਸੋ ਡੈਫੀਨੇਟਲੀ ਉਹ ਲਾਈਨ ਜਿਹੜੀ ਹੈ 6 ਬੈਂਡ ਸਕੋਰ ਤੱਕ ਦੀ ਹੈ। ਸੋ ਉਸ ਤੋਂ ਉੱਪਰ ਜੇ ਤੁਸੀਂ ਲੈਣਾ ਤਾਂ ਸਿੱਧਾ ਕਹੋ ਕਿ ਕਨਵੀਨੀਅੰਸ ਫੂਡ ਇਜ਼ ਜਨਰਲੀ ਨਾਟ ਐਕਸੈਸਿਬਲ ਇਨ ਦਾ ਓਪਨ ਕੰਟਰੀ, ਕਿ ਜਨਰਲੀ ਕੀ ਹੁੰਦਾ ਐਕਸੈਸਿਬਲ ਨਹੀਂ ਹੁੰਦਾ, ਮਤਲਬ ਉੱਥੇ ਪਾਇਆ ਨਹੀਂ ਜਾਂਦਾ। ਨੈਕਸਟ ਕੁਐਸਚਨ that's very important, do old people prefer to live in the countryside or city, ਕਿ ਜਿਹੜੇ old people ਹੈ ਕਿੱਥੇ ਰਹਿਣਾ ਪਸੰਦ ਕਰਦੇ ਆ, countryside ਦੇ ਵਿੱਚ ਜਾਂ city ਦੇ ਵਿੱਚ। so let's see what should we do it for। you could say I think, ਮੈਨੂੰ ਇਹ ਲੱਗਦਾ ਹੈ I think the countryside is preferred by the elderly, wait a minute, that's again the spell mistake, DERLY, I think the countryside is preferred by the elderly because क्यों it bestows ਦਾ ਮਤਲਬ ਹੁੰਦਾ provide, so you could also use this vocabulary in your writing as well। so it bestows ਮਤਲਬ it provides them with much needed comfort, ਕਿ ਇਹ ਚੀਜ਼ ਜਿਹੜੀ ਹੈ ਕਿ ਆਈ ਥਿੰਕ ਦਾ ਕੰਟਰੀਸਾਈਡ ਇਜ਼ ਪ੍ਰੈਫਰਡ ਬਾਏ ਦਾ ਐਲਡਰਲੀ, ਕੰਟਰੀਸਾਈਡ ਜਿਹੜੇ ਐਲਡਰਲੀ ਦੇ ਦੁਆਰਾ ਪ੍ਰੈਫਰ ਕੀਤੇ ਜਾਂਦੇ ਕਿਉਂਕਿ ਇਹ ਉਹਨਾਂ ਨੂੰ ਬਹੁਤ ਹੀ ਜਿੰਨਾ ਕੰਫਰਟ ਉਹਨਾਂ ਨੂੰ ਜ਼ਰੂਰੀ ਹੁੰਦਾ ਹੈ ਉਹਨਾਂ ਇਹ ਪ੍ਰੋਵਾਈਡ ਕਰਾਉਂਦੇ ਆ। ਫਸਟ ਆਫ ਆਲ ਜੇ ਆਪਾਂ ਗੱਲ ਕਰੀਏ ਦੇ ਕੈਨ ਲਿਵ ਅ ਪੀਸ ਇਨ ਦਾ ਕੰਟਰੀਸਾਈਡ। ਯੂਜੂਅਲੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਓਲਡ ਪੀਪਲ ਹੁੰਦੇ ਉਹਨਾਂ ਨੂੰ ਪੀਸ ਦੀ ਜ਼ਰੂਰਤ ਹੁੰਦੀ ਹੈ। ਸੋ ਆਪਾਂ ਜਿਹੜੇ ਵਿਲੇਜ ਹੁੰਦੇ ਆ ਉਹਨਾਂ ਦੇ ਵਿੱਚੋਂ ਕੀ ਕਰ ਸਕਦੇ ਆ ਪੀਸਫੁਲੀ ਆਪਦੀ ਲਾਈਫ ਜੀ ਸਕਦੇ ਆ। ਸਿੰਸ ਦੇਅਰ ਇਜ਼ ਲੈਸ ਨੋਇਜ਼, ਨੋ ਨੋਇਜ਼ ਤਾਂ ਆਪਾਂ ਲਿਖ ਨਹੀਂ ਸਕਦੇ ਬਿਕੋਜ਼ ਕੁਛ ਨੋਇਜ਼ ਤਾਂ ਹੁੰਦੀ ਹੈ ਬਟ ਉੱਥੇ ਕੀ ਹੈ ਬਹੁਤ ਹੀ ਘੱਟ ਨੋਇਜ਼ ਹੁੰਦੀ ਹੈ, ਤਾਂ ਕਰਕੇ ਉਹ ਕੀ ਕਰਦੇ ਆ ਆਪਦਾ ਕੰਟਰੀਸਾਈਡ ਏਰੀਆਜ਼ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਆ। ਦਾ ਓਬਵੀਅਸ ਰੀਜ਼ਨ, ਕਿ ਇੱਕ ਹੋਰ ਜ਼ਿਆਦਾ ਜਿਹੜਾ ਬਹੁਤ ਹੀ ਵਧੀਆ ਰੀਜ਼ਨ ਇਹ ਆ, ਦਾ ਓਬਵੀਅਸ ਰੀਜ਼ਨ ਫੋਰ ਦਿਸ ਇਜ਼ ਦੈਟ ਵਿਲੇਜਸ ਹੈਵ ਲੈਸ ਟ੍ਰੈਫਿਕ। ਵਿਲੇਜਸ ਦੇ ਵਿੱਚ ਕੀ ਹੁੰਦਾ ਹੈ ਲੈਸ ਟ੍ਰੈਫਿਕ ਕੰਜੈਸ਼ਨ ਹੁੰਦਾ ਹੈ। ਵੀ ਆਰ ਆਲ ਫੈਮਿਲੀਅਰ ਵਿਦ ਦਿਸ ਟੋਪਿਕ ਦੈਟ ਦੈਨ ਦਾ ਸਿਟੀਜ਼। ਯੈਸ ਯੂ ਕੈਨ ਆਲਸੋ ਮੈਂਸ਼ਨ ਹੀਅਰ ਦ ਸਿਟੀਜ਼, ਕਿ ਸਿਟੀਜ਼ ਦੇ ਨਾਲੋਂ ਵਿਲੇਜਸ ਦੇ ਵਿੱਚ ਜ਼ਿਆਦਾ ਲੈਸ ਟ੍ਰੈਫਿਕ ਕੰਜੈਸ਼ਨ ਹੁੰਦਾ ਹੈ। ਸੈਕਿੰਡ ਇਹਦਾ ਰੀਜ਼ਨ ਕੀ ਹੈ ਪੀਪਲ ਇਨ ਦੇਅਰ ਲੇਟਰ ਈਅਰਸ, ਲੋਕੀ ਜਿਹੜੇ ਆਪਦੇ ਆਖਰੀ ਦੇ ਸਾਲ ਜਿਹੜੇ ਹੈਗੇ ਆ ਉਹ ਪ੍ਰੈਫਰ ਕਰਦੇ ਹੈ ਆਰਗੈਨਿਕ ਫੂਡ। ਲੋਕੀ ਆਪਦੇ ਆਖਰੀ ਦੇ ਸਾਲਾਂ ਦੇ ਵਿੱਚ ਆਰਗੈਨਿਕ ਫੂਡਸ ਨੂੰ ਪ੍ਰੈਫਰ ਕਰਦੇ ਹੈ। ਦੈਟ ਇਜ਼ ਵਾਈ ਦੇ ਲਿਵ ਅ ਹੈਲਦੀ ਲਾਈਫ ਸਟਾਈਲ।
ਤਾਂ ਕਿ ਉਹ ਇੱਕ ਹੈਲਦੀ ਲਾਈਫ ਸਟਾਈਲ ਜੀ ਸਕਣ। ਓਬਵੀਅਸਲੀ ਆਪਾਂ ਸਭ ਨੂੰ ਪਤਾ ਹੈ ਕਿ ਇੱਕ ਜਿਹੜੇ ਓਲਡ ਪੀਪਲ ਹੁੰਦੇ ਆ ਉਹਨਾਂ ਨੇ ਕੀ ਕਹਿਣਾ ਹੁੰਦਾ, ਉਹ ਕਹਿੰਦੇ ਕਿ ਅਸੀਂ ਔਰਗੈਨਿਕ ਫੂਡ ਖਾਈਏ, ਹੈਲਦੀ ਫੂਡ ਖਾਈਏ, ਤਾਂ ਕਿ ਉਹ ਕੀ ਕਰ ਸਕਣ, ਥੋੜੀ ਜ਼ਿੰਦਗੀ ਦੇ ਸਾਲ ਹੋਰ ਜੀ ਸਕਣ। ਸੋ ਦੇ ਲਿਵ ਇਨ ਅ ਹੈਲਦੀ ਲਾਈਫ ਸਟਾਈਲ ਸਿੰਸ fresh 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 fruit is easily, again fresh this spelling story FRO sorry, fresh fruit is easily available in the ਕੰਟਰੀਸਾਈਡ। ਯੈਸ, ਸੋ ਆਪਾਂ ਹਰ ਇੱਕ ਦੇਖੋ ਆਪਾਂ ਇਸ ਕੁਐਸਚਨ ਦੇ ਵਿੱਚ ਰੀਜ਼ਨ ਦਿੱਤਾ ਪਲੱਸ ਉਸ ਦਾ ਐਕਸਪਲੇਨੇਸ਼ਨ ਵੀ ਦਿੱਤਾ ਹੈ। ਸੋ ਜਦੋਂ ਇਸ ਤਰ੍ਹਾਂ ਨਾਲ ਤੁਸੀਂ ਐਗਜ਼ਾਮੀਨਰ ਕੋਲੇ ਕੁਐਸਚਨ ਦਾ ਰੀਜ਼ਨ ਪਲੱਸ ਉਸ ਦਾ ਐਕਸਪਲੇਨੇਸ਼ਨ ਦਿਓਗੇ ਦੈਨ ਡੈਫੀਨੇਟਲੀ ਤੁਸੀਂ ਅੱਛੇ ਮਾਰਕਸ ਲੈ ਸਕਦੇ ਹੋ। ਨੈਕਸਟ ਕੁਐਸਚਨ, ਵਾਈ ਡੂ ਮੈਨੀ ਪੀਪਲ ਮੂਵ ਫਰੋਮ ਸਮॉल टाउन टू बिग सिटीज़, कि क्यों बहुत सारे लोग की हैं ਜਿਹੜੇ ਸਮॉल टाउन ਤੋਂ ਬਿਗ ਸਿਟੀਜ਼ ਦੇ ਵੱਲ ਮੂਵ ਕਰਦੇ ਆ। ਸੋ ਇਸ ਚੀਜ਼ ਦਾ ਰੀਜ਼ਨ ਦੇਣਾ ਹੈ। ਸੋ ਇਸ ਨੂੰ ਤੁਸੀਂ ਸਿੱਧਾ ਹੀ ਸਟਾਰਟ ਕਰ ਸਕਦੇ ਹੋ, ਬਿਕੋਜ਼ ਆਫ 3 ਫੈਕਟਰਸ, ਬਿਕੋਜ਼ ਆਫ 3 ਫੈਕਟਰਸ। ਜਦੋਂ ਤੁਸੀਂ ਇਸ ਤਰ੍ਹਾਂ ਐਗਜ਼ਾਮੀਨਰ ਨੂੰ ਕਹੋਗੇ ਤਾਂ ਐਗਜ਼ਾਮੀਨਰ ਕੀ ਹੋ ਜਾਊਗਾ, ਕਿਊਰੀਅਸ ਹੋ ਜਾਊਗਾ ਤੁਹਾਨੂੰ ਸੁਣਨ ਨੂੰ ਕਿ ਕਿਹੇ ਜਿਹੇ ਐਸੇ 3 ਫੈਕਟਰ ਹੈ ਜਿਹੜੇ ਮੈਨੂੰ ਦੱਸਣ ਜਾ ਰਿਹਾ। ਸੋ ਤੁਹਾਡਾ ਕ੍ਰੋਸ ਕੁਐਸਚਨ ਨਹੀਂ ਕਰੂਗਾ, ਤੁਹਾਨੂੰ ਜ਼ਿਆਦਾ ਤੰਗ ਨਹੀਂ ਕਰੂਗਾ। ਸੋ ਬਿਕੋਜ਼ ਆਫ 3 ਫੈਕਟਰਸ ਅ ਗਰੋਇੰਗ ਨੰਬਰ, ਓਬਵੀਅਸਲੀ ਆਪਾਂ ਇੱਕ ਜਨਰਲ ਜੀ ਲਾਈਨ ਉਸ ਨੂੰ ਬੋਲਣੀ ਹੈ, ਗਰੋਇੰਗ ਨੰਬਰ ਆਫ ਪੀਪਲ are relocating wait a minute, are relocating to cities। relocating ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ। ਸੋ ਉਹ ਰੀਲੋਕੇਟ ਕਰਦੇ ਆ ਸਿਟੀਜ਼ ਦੇ ਵਿੱਚ 3 ਫੈਕਟਰਸ ਦੇ ਕਰਕੇ, ਫਰੋਮ ਸਮਾਲ ਕਮਿਊਨਿਟੀਜ਼, ਸਿਟੀਜ਼ ਤੋਂ ਸਮਾਲ ਕਮਿਊਨਿਟੀਜ਼ ਦੇ ਵੱਲ ਜਾਂਦੇ। ਸਭ ਤੋਂ ਪਹਿਲਾਂ ਵਾਲਾ ਕੀ ਹੈ, people enjoy their lives more in cities। ਲੋਕੀ ਆਪਦੀ ਜ਼ਿੰਦਗੀ ਸਿਟੀਜ਼ ਦੇ ਵਿੱਚ ਜ਼ਿਆਦਾ ਇੰਜੋਏ ਕਰਦੇ ਹੈ। where shopping malls and amusement parks are plentiful। ਜਿੱਥੇ ਸ਼ਾਪਿੰਗ ਮਾਲਸ ਤੇ ਅਮਿਊਜ਼ਮੈਂਟ ਪਾਰਕ ਬਹੁਤ ਜ਼ਿਆਦਾ ਹੁੰਦੇ ਆ। ਪੀਪਲ ਕੈਨ, ਅਗੇਨ ਇੱਕ ਨਿਊ ਵੋਕੈਬਲਰੀ, ਰੀਵਾਈਟਲਾਈਜ਼। ਯੈਸ, ਰੀਵਾਈਟਲਾਈਜ਼ ਦਾ ਮਤਲਬ ਹੁੰਦਾ ਹੈ ਰੈਜੂਨੇਟ। ਤੁਸੀਂ ਜਿਵੇਂ ਵੀ ਐਡ ਦੇਖੀ ਹੋਣੀ ਐਡਵਰਟੀਜ਼ਮੈਂਟ ਰੀਵਾਈਟਲ ਦੀ, ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੀ ਜ਼ਿਆਦਾ ਜਿਹੜੀ ਐਨਰਜੀ ਹੈਗੀ ਉਹ ਦੁਬਾਰਾ ਆ ਜਾਣੀ। ਸੋ ਪੀਪਲ ਕੈਨ ਰੀਵਾਈਟਲਾਈਜ਼ themselves by spending their free time in these locations। ਇਹਨਾਂ ਲੋਕੇਸ਼ਨਸ ਤੇ ਲੋਕੀ ਆਪਦਾ ਫ੍ਰੀ ਟਾਈਮ ਸਪੈਂਡ ਕਰਕੇ ਆਪਦੀ ਜਿਹੜੀ ਐਨਰਜੀ ਹੈ ਉਸ ਨੂੰ ਦੁਬਾਰਾ ਲੈ ਲੈਂਦੇ ਆ। ਨੈਕਸਟ ਜਿਹੜਾ ਹੈਗਾ ਰੀਜ਼ਨ ਸੈਕਿੰਡ, ਕੋਮਾ, cities offer more educational opportunities than villages and towns। ਯੈਸ, ਵਿਲੇजेस ਤੇ ਟਾਊਨਸ ਦੇ ਨਾਲੋਂ ਜਿਹੜੀ ਸਿਟੀ ਹੈਗੀ ਹੈ ਉਹ ਜ਼ਿਆਦਾ ਮਤਲਬ ਆਪਾਂ ਨੂੰ ਐਜੂਕੇਸ਼ਨਲ ਅਪੋਰਚੁਨਿਟੀਜ਼ ਪ੍ਰੋਵਾਈਡ ਕਰਦੀ ਹੈ। ਬਟ ਆਪਾਂ ਯੂਜੂਅਲੀ ਜਿਹੜੇ ਸਟੂਡੈਂਟ ਹੁੰਦੇ ਉਹ ਕੀ ਕਹਿੰਦੇ ਆ, ਵੀ ਕੈਨ ਗੈਟ ਅ ਲੋਟ ਆਫ ਐਜੂਕੇਸ਼ਨਲ ਅਪੋਰਚੁਨਿਟੀਜ਼ ਦੇਅਰ। ਸੋ ਉਹ ਕੀ ਇੱਕ ਬਹੁਤ ਜ਼ਿਆਦਾ ਕਾਮਨ ਲੈਂਗੁਏਜ ਹੈ। ਇਸ ਨੂੰ ਇੱਕ ਲੈਂਗੁਏਜ, ਅੱਛੀ ਲੈਂਗੁਏਜ ਦੇ ਵਿੱਚ ਬੋਲੋ ਕਿ ਸਿਟੀਜ਼ ਆਫਰ ਮੋਰ ਐਜੂਕੇਸ਼ਨਲ ਅਪੋਰਚੁਨਿਟੀਜ਼ ਦੈਨ ਵਿਲੇजेस ਐਂਡ ਟਾਊਨਸ। ਵਿਲੇजेस ਐਂਡ ਟਾਊਨਸ ਦੇ ਨਾਲੋਂ ਜ਼ਿਆਦਾ ਅੱਛੀਆਂ ਐਜੂਕੇਸ਼ਨਲ ਅਪੋਰਚੁਨਿਟੀਜ਼ ਹੁੰਦੀਆਂ ਥਰੂ world class universities, colleges and schools। then cities provide, again provide ਨੂੰ ਤੁਸੀਂ best ਤੋਂ ਲਿਖ ਸਕਦੇ ਹੋ, cities provide high ਕੁਆਲਿਟੀ ਐਜੂਕੇਸ਼ਨ, ਕਿ ਉਹ ਸਿਟੀਜ਼ ਜਿਹੜੀਆਂ ਉਹ ਜ਼ਿਆਦਾ ਹਾਈ ਕੁਆਲਿਟੀਜ਼ ਐਜੂਕੇਸ਼ਨ ਨੂੰ ਪ੍ਰੋਵਾਈਡ ਕਰਦੀਆਂ। ਇਟ ਇਜ਼ ਅ ਪੋਪੂਲਰ ਸਟੱਡੀ
ਡੈਸਟੀਨੇਸ਼ਨ। ऑफ कोर्स ਆਪਾਂ ਕਹਿੰਦੇ ਕਿ ਸਟੱਡੀ ਸਕੂਲਸ ਕਾਲਜਸ ਕਹਿੰਦੇ ਬਟ ਆਪਾਂ ਉਸ ਦੀ ਜਗ੍ਹਾ ਕੀ ਕਰ ਸਕਦੇ ਹਾਂ, ਸਟੱਡੀ ਡੈਸਟੀਨੇਸ਼ਨ ਕਹਿ ਸਕਦੇ ਹਾਂ ਫॉर ਯੰਗ ਪੀਪਲ। ਸੋ ਅਗੇਨ ਆਪਾਂ 2 ਪੁਆਇੰਟਸ ਨੂੰ ਪੂਰੀ ਤਰ੍ਹਾਂ ਸੈਟੀਸਫਾਈ ਕਰਤਾ। ਹੁਣ ਨੈਕਸਟ ਜਿਹੜਾ ਹੈਗਾ ਅਨਦਰ ਵਰਥ ਕੰਸੀਡਰਿੰਗ। ਅਨਦਰ ਵਰਥ ਕੰਸੀਡਰਿੰਗ ਰੀਜ਼ਨ, ਜਿਹੜਾ ਆਪਾਂ ਕੀ ਲਾਸਟ ਵਿੱਚ ਥਰਡ ਰੀਜ਼ਨ ਦੱਸਣਾ ਸੀ ਉਹ ਕੀ ਹੈ, ਅਨਦਰ ਵਰਥ ਕੰਸੀਡਰਿੰਗ ਰੀਜ਼ਨ ਇਜ਼ the availability, is that the availability of good medical care। ਗੁੱਡ ਮੈਡੀਕਲ ਕੇਅਰ ਦੀ ਅਵੇਲੇਬਿਲਿਟੀ ਜਿਹੜੀ ਹੁੰਦੀ ਹੈ ਉਸ ਦੀ ਰਿਗਾਰਡਿੰਗ ਆਪਾਂ ਗੱਲ ਕਰਾਂਗੇ। ਫੁੱਲ ਸਟਾਪ। ਏ ਮਲਟੀ ਸਪੈਸ਼ਲਿਟੀ, a multi-speciality hospital can be found there in almost every city। Yes, though these are the 3 factors which we have to include in our this answers। So these are vocabulary, the way of writing is obviously you can get by this some good mark scores, like good band scores। So next, and we have only 2 more questions, so stay, keep watching my video so that you will also get, and you should know, you should not be a lack of knowledge, you have to be enough knowledge to explain your vocabulary and each everything in your in the front of examiner। So the answer of this question, so you can read here the question, what is the difference between living in the countryside and living in the city? So I think I had post, no, so here I have, yes, the differences between both of them। ਪਿੱਛੇ ਤਾਂ ਆਪਾਂ ਗੱਲ ਕੀਤੀ ਸੀਗੀ ਕਿ ਬਿਗ ਤੋਂ ਲਾਈਕ ਬਿਗ ਸਿਟੀਜ਼ ਦੇ ਵਿੱਚ ਲੋਕੀ ਮੂਵ ਕਿਉਂ ਕਰਦੇ ਆ, ਹੁਣ ਆਪਾਂ ਡਿਫਰੈਂਸਿਸ ਦੱਸਣੇ ਇਹਨਾਂ ਦੇ ਵਿੱਚ। ਸੋ ਡਿਫਰੈਂਸਿਸ ਦੇ ਤੁਸੀਂ ਕਹਿ ਸਕਦੇ ਹੋ ਡਿਊ ਟੂ देयर इज not much going on in the village। much going on the village मतलब ਹੁੰਦਾ ਜ਼ਿਆਦਾ ਹਜ਼ਲ ਐਂਡ ਬਜ਼ਲ ਨਹੀਂ ਹੈਗਾ ਵਿਲੇਜ ਦੇ ਵਿੱਚ। ਲਾਈਫ ਇਜ਼ ਸਿੰਪਲਰ, ਜਿਹੜੀ ਜ਼ਿੰਦਗੀ ਹੁੰਦੀ ਹੈ ਬਹੁਤ ਜ਼ਿਆਦਾ ਸਿੰਪਲਰ ਹੁੰਦੀ ਹੈ। ਸੋ ਇਹਦੇ ਵਿੱਚ ਤੁਸੀਂ ਉਹ ਟ੍ਰੈਫਿਕ ਕੰਜੈਸ਼ਨ ਨੂੰ ਵੀ ਯੂਜ਼ ਕਰ ਸਕਦੇ ਹੋ ਕਿ ਉੱਥੇ ਟ੍ਰੈਫਿਕ ਕੰਜੈਸ਼ਨ ਨਹੀਂ ਹੁੰਦਾ ਡਿਊ ਟੂ ਸਮਾਲ, ਯੂ ਕੁਡ ਸੇ ਆਈ ਲੈਟ ਮੀ ਰਾਈਟ, ਵਿਲੇजेस do not normally have considerable traffic congestion। ਉਹਦੇ ਕੋਲ ਕੀ ਹੈ, ਜਨਰਲੀ ਟ੍ਰੈਫਿਕ ਕੰਜੈਸ਼ਨ ਨਹੀਂ ਹੁੰਦਾ ਬਿਕੋਜ਼ ਆਫ ਸਮਾਲ ਪੋਪੂਲੇਸ਼ਨ। ਓਬਵੀਅਸਲੀ ਸਮਾਲ ਪੋਪੂਲੇਸ਼ਨ ਦਾ ਕਰਕੇ ਉੱਥੇ ਜ਼ਿਆਦਾਤਰ ਟ੍ਰੈਫਿਕ ਨਹੀਂ ਹੁੰਦਾ। ਯੈਸ, ਇਨ ਐਡੀਸ਼ਨ, ਇਸ ਦੇ ਨਾਲ ਹੀ ਹੁਣ ਆਪਾਂ ਦੂਸਰਾ ਪੁਆਇੰਟ ਸ਼ੋ ਕਰਾਂਗੇ। ਇਨ ਐਡੀਸ਼ਨ ਬਿਕੋਜ਼ ਦੇयर ਇਜ਼ ਅ ਫਿਊਰ ਕੰਪਨੀਜ਼ ਐਂਡ ਯੈਸ ਇੰਡਸਟਰੀਜ਼ ਕਹਿ ਸਕਦੇ ਐਂਡ ਕੰਪਨੀਜ਼ ਕਹਿ ਸਕਦੇ ਹਾਂ। ਇਨ ਐਡੀਸ਼ਨ, ਹਰ ਇੱਕ ਲਾਈਨ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਲਿਖੀ ਜਾ ਰਹੀ ਹੈ, ਹਰ ਇੱਕ ਪੁਆਇੰਟ ਨੂੰ ਕੰਪਲੀਟਲੀ ਐਲੈਬੋਰੇਟ ਕੀਤਾ ਜਾ ਰਿਹਾ ਸੋ ਦੈਟ ਯੂ ਵਿਲ ਨਾਟ ਫੇਸ ਐਨੀ ਡਿਫਿਕਲਟੀਜ਼ ਡਿਊਰਿੰਗ ਯੋਰ ਐਗਜ਼ਾਮ ਬਿਕੋਜ਼ ਦੇयर ਆਰ fewer, ਬਹੁਤ ਹੀ ਘੱਟ, there are fewer companies and offices। ਹੁਣ villages ਦੇ ਵਿੱਚ ਬਹੁਤ ਘੱਟ ਔਰ ਕੰਪਨੀਜ਼ ਹੁੰਦੀਆਂ in the rural areas। that is why ਕੀ ਹੁੰਦਾ ਹੈ, pollution is lower, pollution ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਨੈਕਸਟ ਵਨ ਮੋਸਟ ਇੰਪੋਰਟੈਂਟ, people is also social, ਲੋਕੀ ਵੀ ਕੀ ਹੁੰਦੇ ਆ, ਬਹੁਤ ਜ਼ਿਆਦਾ ਸੋਸ਼ਲ ਹੁੰਦੇ ਆ। ਵਿਚ ਸੋਸ਼ਲ ਲਾਈਕ ਇੱਕ ਦੂਜੇ ਨਾਲ ਮਿਲਦੇ ਜੁਲਦੇ ਜ਼ਿਆਦਾ, ਗੱਲਬਾਤ ਜ਼ਿਆਦਾ ਕਰਦੇ, ਵਿਚ ਇਜ਼ ਦਾ ਐਡਵਾਂਟੇਜ ਪੀਪਲ ਇਨ ਵਿਲੇਜ, ਜਿਹੜਾ ਕਿ ਇੱਕ ਬਹੁਤ ਜ਼ਿਆਦਾ ਵੱਡਾ ਇੱਕ ਐਡਵਾਂਟੇਜ ਹੈ ਆਪਾਂ ਕਹਿ ਸਕਦੇ ਜਿਹੜੇ ਲੋਕੀ ਵਿਲੇਜਸ ਦੇ ਵਿੱਚ ਰਹਿੰਦੇ। ਨੈਕਸਟ ਦਾ ਪੀਪਲ ਇਨ villages offer unwavering support to unwavering, the most important we can see nowadays that everyone ਕੀ ਕਰਦੇ ਆ, ਹਰ ਕੋਈ ਜਿਹੜੇ ਆ ਉਹ ਸ਼ੋ ਆਫ ਕਰਦੇ ਆ ਸਿਟੀਜ਼ ਦੇ ਵਿੱਚ ਕਿ ਅਸੀਂ ਹੈਲਪ ਕਰ ਰਹੇ ਹਾਂ, ਬਟ ਪੀਪਲ ਇਨ ਵਿਲੇਜ ਆਫਰ ਅਨਵੇਵਰਿੰਗ ਸਪੋਰਟ ਟੂ ਵਨ ਅਨਦਰ, ਕਿ ਹਰ ਕਿਸੇ ਦੀ ਇੱਕ ਦੂਜੇ ਦੀ ਉੱਥੇ ਕੀ ਕਰਦੇ ਆ, ਉਹ ਸਪੋਰਟ ਕਰਦੇ ਆ ਫੁੱਲੀ ਲਾਈਕ ਬਾਈ ਹਾਰਟਲੀ ਉੱਥੇ ਸਪੋਰਟ ਕਰਦੇ ਆ ਇਨ ਦਾ ਇਵੈਂਟ। ਵੇਟ,
in the event of conflicts in the event of conflicts or unforeseen ਇਵੈਂਟਸ ਔਰ ਅਨਫੋਰਸੀਨ ਇਵੈਂਟਸ ਦੇ ਵਿੱਚ ਵੀ ਉਹ ਕੀ ਕਰਦੇ ਆ ਇੱਕ ਦੂਜੇ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਹੁਣ ਤੁਸੀਂ ਗੱਲ ਨੈਕਸਟ ਆਪਾਂ ਗੱਲ ਕਰ ਰਹੇ ਹਾਂ ਰੂਰਲ ਏਰੀਆਜ਼ on the other hand, I know this class is little bit longer, but it will definitely help you to understand each and everything by line to line, and you can also make some notes with it. On the rural areas, on the other hand, are underdeveloped in terms of, ਇੱਥੇ ਮੈਂ use ਕਰ ਰਹੀ ਹਾਂ in terms of the, ਤਾਂ ਕਿ ਤੁਸੀਂ ਅੱਛੀ ਤਰ੍ਹਾਂ ਨਾਲ ਇਸ ਦੇ ਯੂਜ਼ ਨੂੰ ਵੀ ਅੰਡਰਸਟੈਂਡ ਕਰ ਸਕੋ ਕਿ ਇਨ ਟਰਮ ਆਫ ਦਾ ਇਨਫਰਾਸਟ੍ਰਕਚਰ ਕਿ ਕਿਸ ਸੈਂਸ ਦੇ ਵਿੱਚ ਇਨਫਰਾਸਟ੍ਰਕਚਰ ਦੇ ਸੈਂਸ ਦੇ ਵਿੱਚ however there is some little bit mistakes. However, cities have a higher ਸਿਟੀਜ਼ ਦੇ ਵਿੱਚ ਕੀ ਹੁੰਦੀ ਹੈ ਜ਼ਿਆਦਾ ਪੋਪੂਲੇਸ਼ਨ ਹੁੰਦੀ ਹੈ ਐਜ਼ ਕੰਪੇਅਰ ਟੂ ਦਾ ਰੂਰਲ ਏਰੀਆਜ਼ ਜਾਂ ਪੋਪੂਲੇਸ ਡੈਂਸਿਟੀ ਵੀ ਤੁਸੀਂ ਕਹਿ ਸਕਦੇ ਹੋ ਹੋਰ ਵੀ ਜ਼ਿਆਦਾ ਤੁਹਾਡੀ ਲਾਈਨ ਅੱਛੀ ਤਰੀਕੇ ਨਾਲ ਬੋਲੀ ਜਾਊਗੀ ਡੈਂਸਿਟੀ ਦੈਨ ਦਾ ਰੂਰਲ ਏਰੀਆਜ਼ ਦੇ ਨਾਲੋਂ ਉੱਥੇ ਜ਼ਿਆਦਾ ਪੋਪੂਲੇਸ਼ਨ ਡੈਂਸਿਟੀ ਹੁੰਦੀ ਹੈ ਐਂਡ ਪੀਪਲ ਰਿਸਾਈਡ ਇੱਕ ਹੋਰ ਬਹੁਤ ਵਧੀਆ ਵੋਕੈਬਲਰੀ ਹੈ ਰਿਸਾਈਡ ਦਾ ਮਤਲਬ ਹੁੰਦਾ ਹੈ ਰਹਿਣਾ ਰਿਸਾਈਡ ਇਨ ਆਲ ਕਾਰਨਰਸ ਹਰ ਇੱਕ ਕਾਰਨਰ ਦੇ ਵਿੱਚ ਹੀ ਲਾਈਕ ਜਿੱਦਾਂ ਆਪਾਂ ਕਹਿੰਦੇ ਛੋਟੇ ਛੋਟੇ ਘਰ ਬਣਾ ਕੇ ਲੋਕੀ ਕਿਤੇ ਵੀ ਰਹਿ ਸਕਦੇ ਆ ਦੇਅਰ ਇਜ਼ ਮੱਚ ਇੱਥੇ ਬਹੁਤ ਜ਼ਿਆਦਾ ਹੀ देयर इज़ मच ट्रैफिक बहुत ज़्यादा ट्रैफिक ਹੁੰਦਾ ਹੈ देयर इज़ मच ट्रैफिक कंजैशन ਓਬਵੀਅਸਲੀ ਜੋ ਚੀਜ਼ ਆਪਾਂ ਉੱਪਰ ਦੱਸੀ ਉਸ ਨੂੰ ਆਪਾਂ ਲਾਈਕ ਰਿਵਰਸ ਕਰਕੇ ਆਪਾਂ ਇਸ ਦੇ ਵਿੱਚ ਦੱਸ ਸਕਦੇ ਹਾਂ देयर इज़ ਰਿਵਰਸ ਕੰਜੈਸ਼ਨ ਐਂਡ ਪੋਪੂਲੇਸ਼ਨ ਐਜ਼ ਰਿਜ਼ਲਟ ਆਫ ਦਿਸ ਇਸ ਦੇ ਰਿਜ਼ਲਟ ਦੇ ਵਿੱਚ ਉੱਥੇ ਜ਼ਿਆਦਾ ਹੁੰਦਾ ਹੈ ਨੈਕਸਟ ਆਪਾਂ ਲਾਸਟ ਲਾਈਨ ਹੈਗੀ ਹੈ ਸ਼ੋਪਿੰਗ ਐਂਡ ਅਮਿਊਜ਼ਮੈਂਟ ਜਿਹੜੇ ਆਪਾਂ ਸ਼ਾਪਿੰਗ ਤੇ ਅਮਿਊਜ਼ਮੈਂਟ ਪਾਰਕਸ ਜਿਹੜੇ ਸਿਟੀਜ਼ ਦੇ ਵਿੱਚ ਹੁੰਦੇ ਆ ਪ੍ਰੋਵਾਈਡ ਉਹ ਕੀ ਕਰਦੇ ਆ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ ਗ੍ਰੇਟਰ ਕਾਫੀ ਹੱਦ ਤੱਕ ਰੀਕ੍ਰੀਏਸ਼ਨਲ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਰੈਜੂਨੋਵੇਟ ਕਰਨ ਲਈ ਐਕਟੀਵਿਟੀਜ਼ ਹੁੰਦੀਆਂ ਰੀਕ੍ਰੀਏਸ਼ਨਲ अपॉर्चुनिटीज़ ਉੱਥੇ ਦਿੱਤੀਆਂ ਜਾਂਦੀਆਂ so that people can spend their life in an easy way in the cities right and in addition to this ਜਾਂ ਅੱਜ ਤੋਂ ਆਪਾਂ ਲਿਖ ਲੈਂਦੇ ਹਾਂ furthermore ਇਸ ਤੋਂ ਅੱਗੇ furthermore the hospital ਹਰ ਇੱਕ ਚੀਜ਼ ਨੂੰ ਆਪਾਂ ਕੰਪਲੀਟਲੀ ਐਲੈਬੋਰੇਟ ਕਰਨਾ ਹੈ ਤਾਂ ਕਿ ਜਿਹੜਾ ਐਗਜ਼ਾਮੀਨਰ ਹੈਗਾ ਉਹ ਆਪਣੀ ਸਪੀਕਿੰਗ ਤੋਂ ਬਹੁਤ ਜ਼ਿਆਦਾ ਸੈਟੀਸਫਾਈ ਹੋ ਜਾਵੇ ਤੇ ਆਪਾਂ ਨੂੰ ਅੱਛੇ ਬੈਂਡ ਸਕੋਰ ਦੇ ਸਕੇ ਕਿਉਂਕਿ ਤੁਸੀਂ ਨੋਰਮਲ ਲਾਈਨਸ ਤਾਂ ਹਰ ਇੱਕ ਬੰਦਾ ਬੋਲਦਾ ਹੈ ਹਰ ਇੱਕ ਸਟੂਡੈਂਟ ਬੋਲਦਾ ਹੈ ਜਾਂ ਨੋਰਮਲ ਜਿਹੜੀ ਹੈਗੀ ਆ ਉਹ ਉਹਨਾਂ ਨੇ ਬਹੁਤ ਸਾਰੇ ਸਟੂਡੈਂਟਸ ਤੋਂ ਨੋਰਮਲ ਸਪੀਕਿੰਗ ਸੁਣੀ ਹੁੰਦੀ ਹੈ ਬਟ ਜੇ ਤੁਸੀਂ ਅੱਛੀ ਸਪੀਕਿੰਗ ਦਿਓਗੇ ਦੈਨ ਉਹ ਤੁਹਾਨੂੰ ਜ਼ਿਆਦਾ ਬੈਂਡ ਸਕੋਰ ਦੇਣ ਦੀ ਜ਼ਿਆਦਾ ਚਾਂਸਿਸ ਹੁੰਦੇ ਆ ਤੁਹਾਨੂੰ ਅੱਛੇ ਤੋਂ ਅੱਛੇ ਬੈਂਡ ਸਕੋਰ ਦੇਣਗੇ ਈਵਨ ਜਿੰਨੇ ਤੁਸੀਂ ਐਕਸਪੈਕਟ ਕਰਦੇ ਹੋ ਉਸ ਤੋਂ 0.5 ਔਰ 0.1 ਬੈਂਡ ਸਕੋਰ ਇਸ ਨਾਲ ਤੁਹਾਨੂੰ ਜ਼ਿਆਦਾ ਹੀ ਆਊਗਾ ਸੋ ਫਰਦਰਮੋਰ the hospital and educational facilities are of the highest quality ਉੱਥੇ ਕੀ ਹੈ ਉਹ ਬਹੁਤ ਜ਼ਿਆਦਾ highest quality ਦੇ ਵਿੱਚ ਉੱਥੇ educational ਤੇ hospital facilities ਪਾਈਆਂ ਜਾਂਦੀਆਂ now the last question of this class is how has life changed in the countryside in your country ਕਿ countryside ਜਿਹੜੇ areas ਹੈ ਉੱਥੇ ਤੁਹਾਡੀ ਕੰਟਰੀ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਉਹ ਕਿਸ ਤਰ੍ਹਾਂ ਨਾਲ ਚੇਂਜ ਹੋ ਗਈ ਹੈ ਸੋ ਇਹਦਾ ਆਪਾਂ ਬਿਲਕੁਲ ਇੱਕ ਸ਼ਾਰਟ ਸਵੀਟ ਜਿਹਾ ਆਨਸਰ ਦੇਵਾਂਗੇ ਡਿਊ ਟੂ ਦਾ ਆਪਾਂ ਇਸ ਦਾ ਆਨਸਰ ਸਟਾਰਟ ਕਰਦੇ ਹਾਂ ਡਿਊ ਟੂ ਦਾ ਇਨਫਲਕਸ ਆਫ ਟੈਕਨੋਲੋਜੀ ਦੇਖੋ ਕਿੰਨਾ ਵਧੀਆ ਵਰਡ ਹੈ ਇਹ ਸਾਰੇ ਵਰਡਸ ਨੂੰ ਤੁਸੀਂ ਆਪਦੀ ਨੋਟਬੁੱਕ ਦੇ ਵਿੱਚ ਇੱਕ ਸੈਪਰੇਟ ਨੋਟਬੁੱਕ ਦੇ ਵਿੱਚ ਲਿਖੋ ਤਾਂ ਕਿ ਰਾਈਟਿੰਗ ਦੇ ਵਿੱਚ ਵੀ ਤੁਸੀਂ ਯੂਜ਼ ਕਰ ਸਕੋ ਡਿਊ ਟੂ ਦਾ ਇਨਫਲਕਸ ਆਫ ਟੈਕਨੋਲੋਜੀ ਸੌਰੀ ਦੇਰ ਇਜ਼ ਅ ਮਿਸਟੇਕ ਆਫ because we have to keep an eye or we have to think on the prepositions ਕਿ prepositions ਕਿੱਥੇ ਲੱਗਣੀਆਂ ਆਪਾਂ ਉਸ ਚੀਜ਼ ਨੂੰ ਸਭ ਨੂੰ ਦੇਖ ਕੇ ਚੱਲਣਾ ਹੈ so due to the influx of ਟੈਕਨੋਲੋਜੀ ਲਾਈਕ ਉਸ ਦੇ ਸਪਰੈਡ ਜਿਹੜਾ ਟੈਕਨੋਲੋਜੀ ਦਾ ਸਪਰੈਡ ਹੋਇਆ ਉਸ ਦੇ ਕਰਕੇ ਰੂਰਲ ਏਰੀਆਜ਼
in my nation ਮੇਰੇ ਨੇਸ਼ਨ ਦੇ ਵਿੱਚ ਜਿਹੜੇ ਰੂਰਲ ਏਰੀਆਜ਼ ਹੈਗੇ ਆ have undergone have ਦੇ ਨਾਲ ਕੀ ਲੱਗੂਗੀ ਥਰਡ ਫਾਰਮ ਲੱਗੂਗੀ go ਦੀ ਸੋ undergone a paradigm ਸ਼ਿਫਟ ਉੱਥੇ ਕੀ ਹੈ ਇੱਕ ਬਹੁਤ ਹੀ ਜ਼ਿਆਦਾ ਜਾਂ ਇੱਕ ਉੱਥੇ ਬਹੁਤ ਜ਼ਿਆਦਾ ਕ੍ਰਾਂਤੀ ਆ ਗਈ ਹੈ ਮੇਰੇ ਰੂਰਲ ਏਰੀਆਜ਼ ਦੇ ਵਿੱਚ ਜਾਂ ਕਿਤੇ ਵੀ ਦ ਐਂਟਾਇਰ ਕੰਟਰੀ ਜਿਹੜੀ ਪੂਰੀ ਕੰਟਰੀ ਹੈਗੀ ਹੈ ਨਾਓ ਹੈਜ਼ ਐਕਸੈਸ ਹੁੰਦਾ ਉਸਦਾ ਯੂਜ਼ ਕਰਨਾ ਐਕਸੈਸ ਟੂ ਦਾ ਇੰਟਰਨੈਟ ਨੂੰ ਯੂਜ਼ ਕਰ ਸਕਦੀ ਹੈ ਉਹਦਾ ਇੰਟਰਨੈਟ ਸਰਫ ਕਰ ਸਕਦੇ ਆ ਉਹ ਡਿਊ ਟੂ ਬਿਕੋਜ਼ ਆਫ ਇਨਫਲਕਸ ਆਫ ਟੈਕਨੋਲੋਜੀ people from villages ਆਪਾਂ ਦੇਖਦੇ ਹੁਣ ਜੀਓ ਦੇ ਨੈਟਵਰਕ ਹਰ ਜਗ੍ਹਾ ਲੱਗ ਗਏ ਹੈ ਸੋ people from villages are carving out a space ਇੱਕ space for them ਬਿਕੋਜ਼ ਅੱਗੇ ਨਾਲੋਂ ਆਪਾਂ ਇਹ 'ਚ ਲਿਖਣਾ ਵੀ ਪਹਿਲਾਂ ਸਭ ਚੀਜ਼ਾਂ ਹੁੰਦੀਆਂ ਲਾਈਕ ਹਜੇ ਵੀ ਇਹ ਚੀਜ਼ਾਂ ਹੈਗੀਆਂ ਬਟ ਉਸ ਨਾਲੋਂ ਜ਼ਿਆਦਾ ਕੀ ਹੈ ਲਾਈਫ ਜਿਹੜੀ ਹੁਣ ਬਹੁਤ ਜ਼ਿਆਦਾ ਚੇਂਜ ਹੋ ਗਈ ਹੈ ਇੰਟਰਨੈਟ ਹੈਗਾ ਆਪਾਂ ਉੱਪਰ ਉਹਦੇ ਵਿੱਚ ਕਿਊ ਕਾਰਡ ਦੇ ਵਿੱਚ ਬੋਲਿਆ ਸੀ ਬਟ ਉਹਦੇ ਇੰਟਰਨੈਟ ਦੀ ਕਨੈਕਟੀਵਿਟੀ ਜਿਹੜੀ ਉਹ ਘੱਟ ਹੁੰਦੀ ਹੈ ਸੋ ਸਪੇਸ ਆਫ ਦੈਮਸੈਲਵਸ ਇਨ ਐਕਸਪੈਂਡਿੰਗ ਇੱਕ ਬਹੁਤ ਅੱਛੀ ਵੋਕੈਬਲਰੀ ਹੈ ਯੂ ਕੈਨ ਯੂਜ਼ ਇਟ ਐਕਸਪੈਂਡਿੰਗ ਸੈਕਟਰਸ ਹੁੰਦੇ ਜਿਹੜੇ ਵੱਧ ਰਹੇ ਸੈਕਟਰਸ ਹੈ ਜਿਹੜੇ ਗਰੋਥ ਕਰ ਰਹੇ ਹੈ ਸੱਚ ਐਜ਼ ਜਿਵੇਂ ਹੁਣ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਤਾਂ ਓਬਵੀਅਸਲੀ ਇਹ ਕੀ ਹੈ ਇੱਕ ਐਜੂਕੇਸ਼ਨਲ ਵੀਡੀਓ ਹੈ ਤਾਂ ਇਹ ਗਰੋਥ ਕਰ ਰਹੀ ਹੈ ਐਂਡ ਬਲੌਗਿੰਗ ਇਸ ਤਰ੍ਹਾਂ ਹੀ ਦੂਸਰੇ ਲੋਕ ਹੁੰਦੇ ਆ ਜਿਹੜੇ ਯੰਗਸਟਰਸ ਹੈਗੇ ਆ ਬਲੌਗਿੰਗ ਐਂਡ ਵਲੌਗਿੰਗ ਉਹ ਜਾ ਕੇ ਉੱਥੇ ਕਰਦੇ ਆ ਐਜ਼ ਅ ਰਿਜ਼ਲਟ ਆਫ ਦਿਸ ਮਤਲਬ ਉਹ ਜਿਹੜਾ ਉੱਥੇ ਜੋ ਜਿਹੜਾ ਇੰਟਰਨੈਟ ਕਨੈਕਟੀਵਿਟੀ ਹੈਗਾ ਉਸ ਦੇ ਰਿਲੇਟਡ ਕੀ ਹੈ ਜਿਹੜੇ ਲੋਕ ਹੈ ਉਹਨਾਂ ਨੇ ਆਪਦੀ ਇੱਕ ਅਲੱਗ ਜਗ੍ਹਾ ਬਣਾ ਲਈ ਹੈਗੀ ਹੈ ਇੱਕ ਐਕਸਪੈਂਡਿੰਗ ਸੈਕਟਰ ਜਿਹੜਾ ਅੱਜ ਕੱਲ੍ਹ ਸੈਕਟਰ ਗਰੋਥ ਕਰ ਰਿਹਾ ਹੈ ਜਿਵੇਂ ਕਿ ਬਲੌਗਿੰਗ ਵਲੌਗਿੰਗ ਹੋ ਗਿਆ ਇਹ ਸਭ ਚੀਜ਼ਾਂ ਉੱਥੇ ਬਣਾਈਆਂ ਜਾਂਦੀਆਂ ਜਸਟ ਬਿਕੋਜ਼ ਆਫ ਇੰਟਰਨੈਟ ਐਂਡ ਦ ਲਾਸਟ ਵਨ ਇਜ਼ ਅਪਾਰਟ ਫਰੋਮ ਕਨੈਕਟੀਵਿਟੀ ਤੋਂ ਇਲਾਵਾ it is assisting synonym ਦਾ synonym ਹੈ help ਦਾ synonym ਹੈਗਾ assist like aid ਵੀ ਆਪਾਂ ਉਸ ਦਾ synonym use ਕਰ ਸਕਦੇ ਹਾਂ ਜਾਂ ਫਿਰ ਤੁਸੀਂ ਇਸ ਦਾ synonym assistance ਵੀ use ਕਰ ਸਕਦੇ ਹਾਂ so it is assisting ਇਹ help ਕਰ ਰਹੀ ਹੈ people in rural areas ਜਿਹੜੇ ਲੋਕ ਹੁੰਦੇ rural areas in effectively resolving problems ਰਾਈਟ ਜਿਹੜੇ ਇੱਕ ਤੁਸੀਂ ਕਹਿਣਾ ਕਿ ਅਪਾਰਟ ਫਰੋਮ ਕਨੈਕਟੀਵਿਟੀ ਇਹ ਲੋਕਾਂ ਨੂੰ ਹੈਲਪ ਕਰ ਰਹੇ ਲਾਈਕ ਵਲੌਗਿੰਗ ਵਗੈਰਾ ਚੋਂ ਕਿ ਉਹ ਆਪਣੀਆਂ ਪ੍ਰੋਬਲਮਸ ਨੂੰ ਵੀ ਈਜ਼ੀਲੀ ਰਿਸੋਲਵ ਕਰ ਸਕਦੇ ਇਸ ਤੋਂ ਅੱਗੇ ਜੇ ਐਗਜ਼ਾਮੀਨਰ ਤੁਹਾਡੇ ਤੋਂ ਹੋਰ ਸੁਣਨਾ ਚਾਹਵੇ ਯੂ ਕੈਨ ਐਡ ਦੈਟ ਕਿ ਨਾਓ ਡੇਜ਼ ਦੇ ਕੈਨ ਰੇਜ਼ ਦੇਅਰ ਵੋਇਸ ਰਿਗਾਰਡਿੰਗ ਡਿਸਕ੍ਰਿਮੀਨੇਸ਼ਨ ਅਮੰਗ ਪੀਪਲ ਰਾਈਟ ਔਨ ਐਨ ਲਾਰਜ ਬੇਸ ਲਾਈਕ ਔਨ ਇੰਸਟਾਗ੍ਰਾਮ ਐਂਡ ਸੋਸ਼ਲ ਮੀਡੀਆ ਇਜ਼ ਵਨ ਆਫ ਦ ਬੈਸਟ ਸੋਲਿਊਸ਼ਨ ਆਫ ਦੈਟ ਸੋ ਇਸ ਟਾਈਪ ਨਾਲ ਤੁਸੀਂ ਇਸ ਨੂੰ ਅੱਗੇ ਐਕਸਟੈਂਡ ਕਰ ਸਕਦੇ ਹੋ ਸੋ ਇਹ ਤਾਂ ਸੀ ਅੱਜ ਦੀ ਆਪਣੀ ਸਪੀਕਿੰਗ ਇੱਕ ਫੁੱਲ ਸਪੀਕਿੰਗ ਕਲਾਸ ਆਫ ਕਿਊ ਕਾਰਡ ਪਲੱਸ ਦ ਫੋਲੋਅਪ ਕੁਐਸਚਨਸ ਐਂਡ ਆਪਾਂ ਹਰ ਇੱਕ ਚੀਜ਼ ਨੂੰ ਲਾਈਨ ਟੂ ਲਾਈਨ ਦੇਖਿਆ ਕਿੰਨੀ ਸਾਰੀ ਵੋਕੈਬਲਰੀ ਇਹਦੇ ਵਿੱਚ ਆਪਾਂ ਯੂਜ਼ ਕੀਤੀ ਹੈ ਸੋ ਯੂ ਕੈਨ ਰਾਈਟ all these follow-up answers, the vocabulary, the way of written, cohesion, coherence plus the cue card for getting more band scores. So keep tuning and keep watching my channel as well as subscribe my channel for the upcoming more latest and advanced videos. I will also post a video on writing that how to paraphrase a one statement into 2 or 3 types. So keep watching it and stay tuned. Thank you. Bye bye.